ਸਤਿ ਸ਼੍ਰੀ ਅਕਾਲ ਜੀ। ਇਸ ਵੈਬਿਨਾਰ ਦੇ ਵਿੱਚ ਦਿਮਾਗ ਨੂੰ ਕਿਵੇਂ ਹੈਲਥੀ ਰੱਖਣਾ ਬਾਰੇ ਗੱਲ ਕਰੋਗੇ। ਇਸ ਵੈਬਿਨਾਰ ਤੋਂ ਬਾਅਦ ਜੇ ਤੁਹਾਡਾ ਕੋਈ ਵੀ ਸਵਾਲ ਆ ਜਾਂ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡੇ ਕੌਨਫੀਡੈਂਸ਼ੀਅਲ ਫਰਸਟ ਲਿੰਕ ਡਿਮੈਂਸ਼ੀਆ ਹੈਲਪਲਾਈਨ ਤੇ ਫੋਨ ਕਰ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਨ ਲਈ ਤੁਸੀਂ ਫੋਨ ਕਰ ਸਕਦੇ ਹੋ 1833-674-5003 ਮੰਡੇ ਟੂ ਫਰਾਈਡੇ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ। ਇੰਗਲਿਸ਼ ਵਿੱਚ ਗੱਲ ਕਰਨ ਲਈ ਤੁਸੀਂ ਫੋਨ ਕਰ ਸਕਦੇ ਹੋ 1800-936-6033 ਮੰਡੇ ਟੂ ਫਰਾਈਡੇ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 8 ਵਜੇ ਤੱਕ। ਇਹ ਇਨਫੋਰਮੇਸ਼ਨ ਵੈਬਿਨਾਰ ਦੀ ਲਾਸਟ ਸਲਾਈਡ ਤੇ ਵੀ ਦਿਖਾਇਆ ਜਾਏਗਾ। ਅੱਜ ਦੇ ਵੈਬਿਨਾਰ ਵਿੱਚ ਇਹ ਟੌਪਿਕਸ ਨੂੰ ਕਵਰ ਕਰੋਗੇ। ਦਿਮਾਗ ਦੀ ਟ੍ਰੇਨਿੰਗ ਅਤੇ ਰੋਜ਼ ਦੇ ਕੰਮ ਦੇ ਸੰਬੰਧ ਜਿਵੇਂ ਕਿ ਨੀਂਦ, ਬਾਹਰ ਦਾ ਉੱਠਣਾ ਬੈਠਣਾ ਅਤੇ ਸਰੀਰਕ ਸਿਹਤ। ਮੈਨੂੰ ਉਮੀਦ ਹੈ ਕਿ ਅੱਜ ਦੇ ਸੈਸ਼ਨ ਤੋਂ ਬਾਅਦ ਤੁਹਾਨੂੰ ਦਿਮਾਗ ਅਤੇ ਸਰੀਰ ਦੀ ਹੋਰ ਸਮਝ ਆਊਗੀ ਅਤੇ ਤੁਹਾਨੂੰ ਦਿਮਾਗ ਨੂੰ ਕਿਵੇਂ ਹੈਲਥੀ ਰੱਖਣ ਵਿੱਚ ਮਦਦ ਹੋਊਗੀ। ਜੋ ਵੀ ਤੁਹਾਡੇ ਸਰੀਰ ਲਈ ਚੰਗਾ ਹੈ ਉਹੀ ਤੁਹਾਡੇ ਦਿਮਾਗ ਲਈ ਵੀ ਚੰਗਾ ਹੈ ਅਤੇ ਸਭ ਤੋਂ ਜ਼ਰੂਰੀ ਕਿ ਤੁਹਾਨੂੰ ਰਿਸਕ ਫੈਕਟਰਸ ਦਾ ਪਤਾ ਲੱਗੂਗਾ ਅਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਚੇਂਜ ਕਰਕੇ ਆਪਦੇ ਦਿਮਾਗ ਦੀ ਸਿਹਤ ਨੂੰ ਹੈਲਥੀ ਅਤੇ ਸਪੋਰਟ ਕਰ ਸਕਦੇ ਹੋ। ਸੋ ਅੱਜ ਦਾ ਵੈਬਿਨਾਰ ਹੁਣ ਸ਼ੁਰੂ ਕਰਦੇ ਹਾਂ। ਤੁਸੀਂ ਕਈ ਚੀਜ਼ਾਂ ਕਰ ਸਕਦੇ ਹੋ ਜੋ ਕਿ ਦਿਮਾਗ ਦੇ ਸੈਲਸ ਦੇ ਨਵੇਂ ਕਨੈਕਸ਼ਨਸ ਬਣ ਸਕਦੇ ਆ ਅਤੇ ਉਹਨਾਂ ਨੂੰ ਸਹੀ ਵੀ ਰੱਖ ਸਕਦੇ ਨੇ। ਇਸ ਤਰ੍ਹਾਂ ਸ਼ਾਇਦ ਡਿਮੈਂਸ਼ੀਆ ਹੋਣ ਦੇ ਚਾਂਸਸ ਘੱਟ ਸਕਦੇ ਨੇ। ਸਭ ਤੋਂ ਵਧੀਆ ਤਰੀਕਾ ਹੈ ਕਿ ਕੁਝ ਨਵਾਂ ਸਿੱਖੋ। ਦਿਮਾਗ ਨੂੰ ਚੇਂਜ ਪਸੰਦ ਆ। ਲਗਾਤਾਰ ਨਵੀਆਂ ਚੀਜ਼ਾਂ ਸਿੱਖਣ ਅਤੇ ਆਪਣੇ ਜੀਵਨ ਦੌਰਾਨ ਆਪਣੇ ਦਿਮਾਗ ਨੂੰ ਚੁਣੌਤੀ ਦਿੰਦਾ ਹੈ। ਤੁਸੀਂ ਆਪਣੇ ਦਿਮਾਗ ਦੇ ਕਨੈਕਸ਼ਨਸ ਬਣਾਉਣ ਵਿੱਚ ਸਹਾਇਤਾ ਕਰ ਸਕਦੇ ਹੋ। ਨਵੀਂ ਭਾਸ਼ਾ ਸਿੱਖੋ, ਕੋਈ ਆਨਲਾਈਨ ਕੋਰਸ ਲਓ ਅਤੇ ਕੋਈ ਨਵੇਂ ਸ਼ੌਂਕ ਅਪਣਾਓ। ਦਿਮਾਗ ਨੂੰ ਇਹ ਚੀਜ਼ਾਂ ਤੋਂ ਚੁਣੌਤੀ ਮਿਲ ਸਕਦੀ ਹੈ। ਜਦੋਂ ਕਿ ਕ੍ਰਾਸਵਰਡ ਪਜ਼ਲ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਫਾਇਦਾ ਨਹੀਂ ਆ ਜਿਹੜੇ ਰੋਜ਼ ਕਰਦੇ ਨੇ। ਉਹ ਫਿਰ ਵੀ ਦਿਮਾਗ ਲਈ ਚੰਗਾ ਕਿਉਂਕਿ ਤੁਸੀਂ ਕੋਈ ਨਵੇਂ ਲਫ਼ਜ਼ ਸਿੱਖਦੇ ਹੋ। ਆਪਣੇ ਹੌਬੀ ਅਤੇ ਸ਼ੌਂਕ ਨੂੰ ਕਾਇਮ ਰੱਖੋ ਕਿਉਂਕਿ ਇਹ ਸਭ ਕੁਝ ਨਵੀਆਂ ਚੀਜ਼ਾਂ ਸਿੱਖਣ ਬਾਰੇ ਨਹੀਂ ਹੈ। ਆਪਣੇ ਸ਼ੌਂਕ ਅਤੇ ਹੌਬੀਜ਼ ਨੂੰ ਕਾਇਮ ਰੱਖਣ ਲਈ ਬਹੁਤ ਜ਼ਰੂਰੀ ਹੈ ਦਿਮਾਗ ਲਈ, ਖੁਸ਼ ਰੱਖਣ ਲਈ, ਅਤੇ ਇਹ ਜੀਵਨ ਭਰ ਦਾ ਹਿੱਸਾ ਹੋ ਸਕਦਾ ਹੈ। ਹੌਬੀਜ਼ ਅਤੇ ਸ਼ੌਂਕ ਤੁਹਾਨੂੰ ਜੀਵਨ ਭਰ ਵੀ ਕੁਝ ਨਵਾਂ ਸਿਖਾ ਸਕਦਾ ਹੈ। ਅਸੀਂ ਲਗਾਤਾਰ ਹਮੇਸ਼ਾ ਜ਼ਿਆਦਾ ਸਿੱਖ ਸਕਦੇ ਹਾਂ ਅਤੇ ਕਿਸੇ ਵੀ ਚੀਜ਼ ਜ਼ਿਆਦਾ ਸਿੱਖਣ ਲਈ ਜਿਸ ਵਿੱਚ ਸਾਡੀ ਦਿਲਚਸਪੀ ਹੈ। ਤੁਸੀਂ ਆਪਣੇ ਰੋਜ਼ ਦੇ ਕੰਮ ਵੀ ਡਿਫਰੈਂਟਲੀ ਕਰ ਸਕਦੇ ਹੋ ਤਾਂ ਕਿ ਤੁਹਾਡੇ ਦਿਮਾਗ ਨੂੰ ਡਿਫਿਕਲਟੀ ਹੋਵੇ। ਫॉर ਐਗਜ਼ਾਮਪਲ, ਤੁਸੀਂ ਜੇ ਸੱਜੇ ਹੱਥ ਨਾਲ ਬਰਸ਼ ਕਰਦੇ ਹੋ ਫਿਰ ਤੁਸੀਂ ਖੱਬੇ ਹੱਥ ਨਾਲ ਕਰ ਸਕਦੇ ਹੋ। ਜੇ ਤੁਸੀਂ ਗਰੋਸਰੀ ਸਟੋਰ ਨੂੰ ਇੱਕ ਰਾਹ ਜਾਂਦੇ ਹੋ ਹਮੇਸ਼ਾ ਹੀ ਤਾਂ ਤੁਸੀਂ ਕੋਈ ਡਿਫਰੈਂਟ ਰਾਹ ਲੈ ਕੇ ਜਾ ਸਕਦੇ ਹੋ। ਜੇ ਤੁਸੀਂ ਗਾਣੇ ਸੁਣਦੇ ਹੋ ਫਿਰ ਤੁਸੀਂ ਉਹਨਾਂ ਦੇ ਲਾਈਨਾਂ ਚੇਤੇ ਕਰ ਸਕਦੇ ਹੋ। ਬਿਜ਼ੀ ਰਹੋ। ਕੀ ਤੁਹਾਡੇ ਜੀਵਨ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ? ਇਹ ਤੁਹਾਨੂੰ ਬਿਜ਼ੀ ਰੱਖਦੇ ਨੇ ਅਤੇ ਤੁਹਾਡੇ ਦਿਮਾਗ ਨੂੰ ਵੀ ਚੈਲੰਜ ਹੁੰਦਾ, ਪਰ ਸਭ ਤੋਂ ਜ਼ਰੂਰੀ ਇਹਨਾਂ ਤੋਂ ਤੁਹਾਨੂੰ ਸਪੋਰਟ ਵੀ ਮਿਲਦੀ ਹੈ। ਸਕਰੀਨ ਤੇ ਇੱਕ ਬਸ ਦੀ ਡਰਾਇੰਗ ਹੈ। ਇਹ ਕੋਈ ਟ੍ਰਿਕ ਕੁਐਸਚਨ ਨਹੀਂ ਹੈ ਪਰ ਇਹਦਾ ਸਹੀ ਆਨਸਰ ਵੀ ਹੈ। ਬੱਸ ਦੀ ਡਰਾਇੰਗ ਦੇਖ ਕੇ ਤੁਸੀਂ ਦੱਸ ਸਕਦੇ ਹੋ ਕਿ ਬੱਸ ਨੇ ਕਿੱਧਰ ਨੂੰ ਜਾਣਾ, ਸੱਜੇ ਜਾਂ ਖੱਬੇ, ਅਤੇ ਤੁਸੀਂ ਇਵੇਂ ਕਾਹਤੋਂ ਸੋਚਦੇ ਹੋ। ਤੁਸੀਂ ਇਹਦਾ ਜਵਾਬ ਆਪਣੇ ਦਿਮਾਗ ਵਿੱਚ ਰੱਖੋ। ਜਦੋਂ ਅਮਰੀਕਾ ਵਿੱਚ ਪ੍ਰੀ ਸਕੂਲ ਦੇ ਬੱਚਿਆਂ ਨੂੰ ਇਹ ਸਵਾਲ ਪੁੱਛਿਆ ਗਿਆ ਸੀ, ਮੋਸਟਲੀ ਜਵਾਬ ਖੱਬਾ ਆਇਆ ਸੀ। ਕਿਉਂ? ਬੱਚੇ ਕਹਿੰਦੇ ਕਿਉਂਕਿ ਬੱਸ ਦੀ ਡੋਰ ਨਹੀਂ ਦਿਸਦੀ, ਬੱਸ ਦੀ ਡੋਰ ਦੂਜੇ ਪਾਸੇ ਹੁੰਦੀ ਆ। ਇਹ ਐਕਸਰਸਾਈਜ਼ ਇਹ ਦੱਸਦਾ ਕਿ ਯਾਦਾਸ਼ਤ ਕਿਵੇਂ ਕਾਇਮ ਰੱਖਦੀ ਹੈ। ਜੇ ਆਪਣੀ ਯਾਦਾਸ਼ਤ ਪਰਫੈਕਟ ਹੁੰਦੀ ਫਿਰ ਸ਼ਾਇਦ ਇਸ ਦਾ ਆਨਸਰ ਆਪਾਂ ਸਹੀ ਦੇ ਸਕਦੇ ਹਾਂ, ਪਰ ਸਾਰਾ ਕੁਝ ਨਹੀਂ ਚੇਤਾ ਰੱਖਣਾ ਅਤੇ ਕੁਝ ਗੱਲਾਂ ਭੁੱਲਣੀਆਂ ਦਿਮਾਗ ਦਾ ਹੀ ਕੰਮ ਆ। ਇਸ ਬਾਰੇ ਸੋਚੋ ਕਿ ਜਦੋਂ ਤੁਸੀਂ ਚੰਗੀ ਨੀਂਦ ਲੈਂਦੇ ਹੋ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ ਅਤੇ ਜਦੋਂ ਤੁਸੀਂ ਮਾੜੀ ਨੀਂਦ ਲੈਂਦੇ ਹੋ ਉਦੋਂ ਕਿਵੇਂ। ਇਹ ਪਤਾ ਚੱਲਦਾ ਹੈ ਕਿ ਚੰਗੀ ਯਾਦਾਸ਼ਤ ਰੱਖਣ ਅਤੇ ਯਾਦ ਕਰਨ ਲਈ ਨੀਂਦ ਬਹੁਤ ਜ਼ਰੂਰੀ ਹੈ ਕਿਉਂਕਿ ਨੀਂਦ ਦੇ ਦੌਰਾਨ ਯਾਦਾਸ਼ਤ ਅਤੇ ਸਿੱਖਣ ਲਈ ਦਿਮਾਗ ਵਿੱਚ ਪ੍ਰੋਸੈਸ ਹੁੰਦਾ ਹੈ। ਨੀਂਦ ਦੇ ਦੌਰਾਨ ਸਾਡੇ ਸਰੀਰ ਹਿਊਮਨ ਗਰੋਥ ਹਾਰਮੋਨ ਨੂੰ ਛੱਡਦਾ ਹੈ ਜੋ ਕਿ ਸਾਡੇ ਦਿਮਾਗ ਨੂੰ ਨਵੇਂ ਨਿਊਰਲ ਪੈਥਵੇਜ਼ ਬਣਾਉਣ ਲਈ ਮਦਦ ਹੁੰਦੀ ਹੈ। ਸਾਡੇ ਦਿਮਾਗ ਸਾਡੇ ਯਾਦਾਂ ਨੂੰ ਲਿਖਦੇ ਨੇ ਜਦੋਂ ਅਸੀਂ ਸੌਂਦੇ ਹਾਂ।
ਨੀਂਦ ਸਾਡੇ ਫੈਸਲੇ ਲੈਣ ਅਤੇ ਪ੍ਰੋਬਲਮਸ ਨੂੰ ਠੀਕ ਕਰਨ ਲਈ ਵੀ ਜ਼ਰੂਰੀ ਹੈ। ਇਹ ਇਸ ਕਾਰਨ ਹੋ ਸਕਦਾ ਹੈ ਕਿ ਨੀਂਦ ਦੇ ਦੌਰਾਨ ਸਾਡੇ ਦਿਮਾਗ ਵੱਖ-ਵੱਖ ਵੇਸਟੇਜ ਨੂੰ ਬਾਹਰ ਕੱਢਦਾ ਹੈ ਅਤੇ ਦਿਮਾਗ ਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ। ਬਹੁਤ ਸਾਰੇ ਸਟੱਡੀਜ਼ ਇਹ ਦੱਸਦੇ ਹਨ ਕਿ ਜਦੋਂ ਸਾਨੂੰ ਨੀਂਦ ਪੂਰੀ ਨਹੀਂ ਹੁੰਦੀ, ਸਾਡੀ ਸਮਝ ਦਾ ਨੁਕਸਾਨ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਸਾਡੀ ਹੁਣ ਦੀ ਯਾਦਾਸ਼ਤ ਅਤੇ ਧਿਆਨ ਕਮਜ਼ੋਰ ਹੋ ਜਾਂਦਾ ਹੈ। ਅਸੀਂ ਮਾੜੀ ਨੀਂਦ ਤੋਂ ਬਾਅਦ ਸਿਰਫ ਹੌਲੀ ਮਹਿਸੂਸ ਨਹੀਂ ਕਰਦੇ, ਅਸੀਂ ਸੱਚੀ ਹੌਲੀ ਹੋ ਜਾਂਦੇ ਹਾਂ। ਅਤੇ ਤੁਹਾਨੂੰ ਚੇਤਾ ਹੋਊਗਾ ਕਿ ਪਹਿਲੀ ਗੱਲ ਕੀਤੀ ਗਈ ਸੀ ਕਿ ਮਾੜੀ ਨੀਂਦ ਡਿਮੈਂਸ਼ੀਆ ਦਾ ਇੱਕ ਰਿਸਕ ਫੈਕਟਰ ਹੈ। ਜਿਵੇਂ ਜਿਵੇਂ ਉਮਰ ਵੱਧਦੀ ਹੈ, ਆਰਾਮ ਦੀ ਨੀਂਦ ਲੈਣ ਦੇ ਮੌਕੇ ਔਖੇ ਹੋ ਜਾਂਦੇ ਨੇ। ਨੀਂਦ ਨੂੰ ਸੁਧਾਰਨ ਦਾ ਬਹੁਤ ਸਾਰੇ ਤਰੀਕੇ ਨੇ। ਜੇ ਤੁਹਾਨੂੰ ਚੱਜ ਦੀ ਨੀਂਦ ਨਹੀਂ ਆਉਂਦੀ, ਫਿਰ ਜ਼ਰੂਰੀ ਹੈ ਕਿ ਤੁਸੀਂ ਕੋਈ ਤਰੀਕਾ ਲੱਭੋ ਜੋ ਕਿ ਤੁਹਾਨੂੰ ਵਧੀਆ ਨੀਂਦ ਆ ਸਕੇ। ਇੱਕ ਚੰਗੀ ਰਾਤ ਦੀ ਨੀਂਦ ਤੁਹਾਨੂੰ ਅਗਲੇ ਦਿਨ ਲਈ ਮੋਟੀਵੇਸ਼ਨ ਦੇ ਸਕਦੀ ਹੈ, ਐਕਸਰਸਾਈਜ਼ ਕਰਨ ਲਈ, ਲੋਕਾਂ ਨਾਲ ਗੱਲਾਂ ਕਰਨ ਲਈ ਅਤੇ ਕੁਝ ਨਵਾਂ ਸਿੱਖਣ ਲਈ। ਕੋਸ਼ਿਸ਼ ਕਰੋ ਕਿ ਰੋਜ਼ 7 ਤੋਂ 9 ਘੰਟਿਆਂ ਦੀ ਨੀਂਦ ਮਿਲੇ, ਜਿੱਥੇ ਤੁਸੀਂ ਰੋਜ਼ ਸੇਮ ਟਾਈਮ ਤੇ ਸੌਂਦੇ ਹੋ ਅਤੇ ਉੱਠਦੇ ਹੋ। ਰਿਸਰਚ ਨੇ ਕਾਰਡੀਓਵੈਸਕੂਲਰ ਸਿਹਤ ਨੂੰ ਦਿਮਾਗ ਕਮਜ਼ੋਰੀ ਨਾਲ ਲਿੰਕ ਕੀਤਾ ਗਿਆ ਹੈ। ਲੰਬੇ ਸਮੇਂ ਦੇ ਗੁੱਡ ਹੈਲਥ ਚੋਇਸਿਸ ਡਿਮੈਂਸ਼ੀਆ ਦੇ ਹੋਣ ਦੇ ਚਾਂਸਸ ਘਟਾ ਸਕਦਾ ਹੈ। ਸੋ ਇਸ ਦਾ ਮਤਲਬ ਹੈ ਕਿ ਜੋ ਵੀ ਤੁਹਾਡੇ ਦਿਲ ਲਈ ਚੰਗਾ ਹੈ, ਉਹੀ ਤੁਹਾਡੇ ਦਿਮਾਗ ਲਈ ਵੀ ਚੰਗਾ ਹੈ। ਖੂਨ ਦੀਆਂ ਨਾੜੀਆਂ, ਜੋ ਸਰਕੂਲੇਟਰੀ ਸਿਸਟਮ ਵੀ ਕਿਹਾ ਜਾਂਦਾ ਹੈ, ਸਾਰੇ ਸਰੀਰ ਵਿੱਚ ਖੂਨ ਲੈ ਕੇ ਜਾਂਦਾ ਹੈ। ਸਰੀਰ ਦੇ ਟਿਸ਼ੂਜ਼ ਦਿਮਾਗ ਸਮੇਤ ਨੂੰ ਆਕਸੀਜਨ ਅਤੇ ਨਿਊਟ੍ਰੀਐਂਟਸ ਪਹੁੰਚਾਉਂਦਾ ਹੈ ਅਤੇ ਵੇਸਟੇਜ ਨੂੰ ਬਾਹਰ ਕੱਢਣ ਵਿੱਚ ਵੀ ਮਦਦ ਕਰਦਾ ਹੈ। ਇੱਕ ਹੈਲਥੀ ਸਿਸਟਮ ਹੀ ਸਰੀਰ ਦੇ ਟਿਸ਼ੂਜ਼ ਅਤੇ ਦਿਮਾਗ ਨੂੰ ਵਧੀਆ ਰੱਖਦਾ ਹੈ। ਇਸ ਵਿੱਚੋਂ ਬਹੁਤ ਕੁਝ ਤੁਸੀਂ ਪਹਿਲਾਂ ਸੁਣਿਆ ਹੋਵੇਗਾ, ਪਰ ਉਮੀਦ ਹੈ ਕਿ ਮੈਂ ਅੱਜ ਕੁਝ ਨਵੀਂ ਜਾਣਕਾਰੀ ਦੇ ਸਕਾਂ। ਐਟਲੀਸਟ ਇਸ ਨੂੰ ਦਿਮਾਗ ਦੇ ਸਿਹਤ ਨਾਲ ਇਸ ਤਰੀਕੇ ਨਾਲ ਜੋੜ ਸਕਾਂ ਜਿਸ ਬਾਰੇ ਤੁਸੀਂ ਪਹਿਲਾਂ ਕਦੇ ਸੋਚਿਆ ਨਾ ਹੋਵੇ। ਅਗਲੇ ਸਲਾਈਡਾਂ ਵਿੱਚ ਦਿਮਾਗ ਦੇ ਸਿਹਤ ਨੂੰ ਕਿਵੇਂ ਹੈਲਥੀ ਰੱਖਣ ਬਾਰੇ ਸਲਾਹ ਦਿੱਤੀ ਜਾਊਗੀ। ਨਿਊਟ੍ਰੀਸ਼ਨ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਖਾਣਾ ਹੈ। ਸੋ ਇੱਕ ਮੈਡੀਟਰੇਨੀਅਨ ਡਾਇਟ ਦਾ ਖਾਣਾ ਦਿਲ ਅਤੇ ਦਿਮਾਗ ਦੇ ਹੈਲਥ ਰਿਸਰਚ ਵਿੱਚ ਵਧੀਆ ਦਿਖਾਇਆ ਗਿਆ ਹੈ ਅਤੇ ਇਸ ਦੇ ਪ੍ਰੋਟੈਕਟਿਵ ਇਫੈਕਟ ਵੀ ਹੋ ਸਕਦੇ ਨੇ। ਸੋ ਉਹ ਡਾਇਟ ਚੂਜ਼ ਕਰੋ ਜੋ ਕਿ ਪਲਾਂਟ ਪ੍ਰੋਟੀਨ ਵਿੱਚ ਜ਼ਿਆਦਾ ਹੈ, ਅਤੇ ਜਦੋਂ ਫਰੂਟ ਅਤੇ ਸਬਜ਼ੀਆਂ ਚੂਜ਼ ਕਰਦੇ ਹੋ, ਫਿਰ ਸਾਰੇ ਕਲਰਸ ਦੀ ਕੋਸ਼ਿਸ਼ ਕਰੋ ਲੈਣ ਲਈ। ਫॉर ਐਗਜ਼ਾਮਪਲ, ਰੈੱਡ ਫਰੂਟ ਜਾਂ ਸਬਜ਼ੀਆਂ ਵਿੱਚ ਬੀਟਸ, ਰਾਸਬੇਰੀਜ਼ ਅਤੇ ਟਮਾਟਰ ਆ ਸਕਦੇ ਨੇ। ਔਰੇਂਜ ਯੈਲੋ ਫਰੂਟਸ ਜਾਂ ਸਬਜ਼ੀਆਂ ਵਿੱਚ ਗ੍ਰੇਪ ਫਰੂਟ, ਸਕੁਆਸ਼ ਜਾਂ ਪੀਚਸ ਆ ਸਕਦੇ ਨੇ। ਗ੍ਰੀਨ ਫਰੂਟਸ ਜਾਂ ਸਬਜ਼ੀਆਂ ਵਿੱਚ ਆਵਾਕਾਡੋਜ਼, ਬ੍ਰੋਕਲੀ, ਮਟਰ ਅਤੇ ਸਪਿਨਚ ਵੀ ਆ ਸਕਦੇ ਨੇ। ਬਲੂ ਪਰਪਲ ਫਰੂਟਸ ਜਾਂ ਸਬਜ਼ੀਆਂ ਵਿੱਚ ਬਲੂਬੇਰੀਜ਼, ਬਲੈਕਬੇਰੀਜ਼ ਜਾਂ ਪਲਮਸ ਆ ਸਕਦੇ ਨੇ। ਵਾਈਟ ਟੈਨ ਬਰਾਊਨ ਫਰੂਟਸ ਜਾਂ ਸਬਜ਼ੀਆਂ ਵਿੱਚ ਬਨਾਨਾ, ਕੇਲੇ, ਆਲੂ ਜਾਂ ਟਰਨਿਪਸ ਆ ਸਕਦੇ ਨੇ। ਕੈਨੇਡਾ ਦਾ ਫੂਡ ਗਾਈਡ ਨੂੰ ਅਪਡੇਟ ਕੀਤਾ ਗਿਆ ਹੈ, ਸੋ ਉਸ ਨੂੰ ਤੁਸੀਂ ਰਿਵਿਊ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ ਤੇ। ਆਲਦੋ ਇਹ ਜਿਹੜਾ ਇਨਫੋਰਮੇਸ਼ਨ ਹੈ, ਇਹ ਕੈਨੇਡਾ ਦੀ ਫੂਡ ਗਾਈਡ ਤੋਂ ਹੀ ਅਸੀਂ ਲਿਆ ਵਾ। ਸਰੀਰ ਦਾ ਹੈਲਥੀ ਵੇਟ ਹੋਣਾ ਦਿਮਾਗ ਦੇ ਸਿਹਤ ਅਤੇ ਦਿਲ ਦੇ ਸਿਹਤ ਦੋਵਾਂ ਲਈ ਬਹੁਤ ਬੈਨੀਫਿਟਸ ਨੇ। ਇਹਦਾ ਇਹ ਨਹੀਂ ਮਤਲਬ ਕਿ ਵੇਟ ਪਰਫੈਕਟ ਜਾਂ ਬਹੁਤ ਘੱਟ ਹੋਵੇ, ਪਰ ਇੱਕ ਹੈਲਥੀ ਵੇਟ ਹੋਵੇ ਅਤੇ ਉਸ ਨੂੰ ਮੇਨਟੇਨ ਕੀਤਾ ਜਾਵੇ ਬਿਨਾਂ ਕੋਈ ਸਟ੍ਰੈਸ ਨਾਲ। ਪਾਣੀ ਨੂੰ ਵੱਧ ਤੋਂ ਵੱਧ ਪੀਓ। ਕੋਸ਼ਿਸ਼ ਕਰੋ ਕਿ 8 ਔਂਸ ਦੇ ਗਲਾਸ ਪਾਣੀ ਦੇ ਰੋਜ਼ ਪੀਣਾ। ਪਾਣੀ ਸਿਹਤ ਅਤੇ ਦਿਮਾਗ ਲਈ ਬਹੁਤ ਜ਼ਰੂਰੀ ਹੈ। ਲੂਣ, ਸੋਡੀਅਮ, ਸ਼ਰਾਬ ਅਤੇ ਕੈਫੀਨ ਨੂੰ ਵੀ ਤੁਸੀਂ ਘਟਾਓ। ਸਹੀ ਡਿਸੀਜਨਸ ਬਣਾਉਣ ਨਾਲ ਦਿਮਾਗ ਨੂੰ ਹੈਲਥੀ ਰੱਖਣ ਵਿੱਚ ਮਦਦ ਮਿਲ ਸਕਦਾ। ਤੁਸੀਂ ਇਹ 5 ਚੀਜ਼ਾਂ ਕਰ ਸਕਦੇ ਹੋ। ਪਹਿਲਾਂ ਉਹ ਹੈਬਿਟਸ ਨੂੰ ਅਵੋਇਡ ਕਰੋ ਜਿਹੜੇ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਮਾੜੀਆਂ ਹੈਬਿਟਾਂ ਜਿਵੇਂ ਸਮੋਕਿੰਗ, ਗਾਣੇ ਉੱਚੀ ਸੁਣਨਾ ਅਤੇ ਜ਼ਿਆਦਾ ਪੀਣਾ ਲੌਂਗ ਟਰਮ ਸਿਹਤ ਲਈ ਵਧੀਆ ਨਹੀਂ ਆ। ਦੂਜਾ, ਆਪਣੇ ਸਿਰ ਦੀ ਰੱਖਿਆ ਕਰੋ। ਜੇ ਤੁਸੀਂ ਸਕੇਟਿੰਗ, ਸਕੀਇੰਗ, ਸਕੇਟਬੋਰਡਿੰਗ, ਰੋਲਰ ਬਲੇਡਿੰਗ ਜਾਂ ਸਾਈਕਲਿੰਗ ਕਰਦੇ ਹੋ, ਫਿਰ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ। ਇਵੇਂ ਕਰਕੇ ਤੁਸੀਂ ਛੋਟੇ ਬੱਚਿਆਂ ਲਈ ਵੀ ਵਧੀਆ ਐਗਜ਼ਾਮਪਲ ਸੈੱਟ ਕਰਦੇ ਹੋ। ਤੀਜਾ, ਆਪਣੇ ਆਲੇ ਦੁਆਲੇ ਦੇ এনवायरमेंट ਦਾ ਸੇਫਟੀ ਰਿਸਕ ਦੇਖੋ। ਕੀ ਤੁਸੀਂ ਉੱਥੇ ਕੰਮ ਕਰਦੇ ਹੋ ਜਿੱਥੇ ਤੁਹਾਨੂੰ ਗੱਡੀਆਂ ਦਾ ਪੋਲਿਊਸ਼ਨ ਨੂੰ ਜਾਂ ਨੋਇਜ਼ ਪੋਲਿਊਸ਼ਨ ਨੂੰ ਐਕਸਪੋਜ਼ ਹੁੰਦੇ ਹੋ?
ਕੀ ਤੁਹਾਡੇ ਘਰੇ ਹੈਂਡ ਰੇਲਸ ਨੇ ਤਾਂ ਕਿ ਕੋਈ ਪੌੜੀਆਂ ਤੋਂ ਨਾ ਡਿੱਗ ਪਵੇ। ਜੇ ਤੁਸੀਂ ਆਪਦੇ এনवायरमेंट ਵਿੱਚ ਇਹ ਸੇਫਟੀ ਰਿਸਕਸ ਪਹਿਲਾਂ ਪਛਾਣ ਸਕਦੇ ਹੋ, ਫਿਰ ਤੁਸੀਂ ਉਹਨਾਂ ਦਾ ਪਹਿਲਾਂ ਬਚਾਅ ਵੀ ਕਰ ਸਕਦੇ ਹੋ। ਚੌਥਾ, ਆਪਦੇ ਨੰਬਰਸ ਨੂੰ ਟਰੈਕ ਕਰੋ। ਇਵੇਂ ਕਰਨ ਨਾਲ ਤੁਸੀਂ ਬਲੱਡ ਪ੍ਰੈਸ਼ਰ, ਸ਼ੂਗਰ, ਕੋਲੇਸਟ੍ਰੋਲ ਅਤੇ weight ਨੂੰ ਠੀਕ ਰੇਂਜ ਵਿੱਚ ਰੱਖ ਸਕਦੇ ਹੋ। ਇਹ ਸਾਰੇ ਬਿਮਾਰੀਆਂ, ਅਲਜ਼ਾਈਮਰਸ ਡਿਜ਼ੀਜ਼ ਅਤੇ ਹੋਰ ਡਿਮੈਂਸ਼ੀਆ ਦੇ ਰਿਸਕ ਇਨਕਰੀਜ਼ ਕਰਦੇ ਨੇ। ਪੰਜਵਾਂ, ਆਪਦੇ ਫੈਮਿਲੀ ਡਾਕਟਰ ਨੂੰ ਰੈਗੂਲਰਲੀ ਮਿਲੋ। ਡਾਕਟਰ ਨੂੰ ਮਿਲਣ ਨਾਲ ਤੁਹਾਡੇ ਕੋਈ ਵੀ ਸਿਹਤ ਦੀ ਬਿਮਾਰੀ ਬਾਰੇ ਦੱਸ ਸਕਦੇ ਨੇ, ਇਨਕਲੂਡਿੰਗ ਡਾਈਟ, ਐਕਸਰਸਾਈਜ਼, ਮੈਂਟਲ ਹੈਲਥ ਅਤੇ ਸੁਣਨ ਵਿੱਚ ਜੇ ਕੋਈ ਪ੍ਰੋਬਲਮ ਹੋਗੀ। ਐਵੀਡੈਂਸ ਵੱਧ ਰਿਹਾ ਹੈ ਕਿ ਘੱਟ ਸੁਣਨ ਵਿੱਚ ਡਿਮੈਂਸ਼ੀਆ ਦੇ ਨਾਲ ਕੋਈ ਲਿੰਕ ਆ, ਸੋ ਇਸ ਚੀਜ਼ ਨੂੰ ਪਹਿਲਾਂ ਮੈਨੇਜ ਕਰ ਲੈਣਾ ਚਾਹੀਦਾ। ਐਕਸਰਸਾਈਜ਼ ਦਿਮਾਗ ਦੇ ਫੰਕਸ਼ਨ ਨੂੰ ਕਿਵੇਂ ਸੁਧਾਰ ਕਰਦਾ ਹੈ? ਐਕਸਰਸਾਈਜ਼ ਦਿਮਾਗ ਨੂੰ ਬਲੱਡ ਫਲੋ ਵਧਾਉਂਦਾ ਹੈ, ਸੋ ਜ਼ਿਆਦਾ ਆਕਸੀਜਨ ਅਤੇ ਗਲੂਕੋਜ਼ ਦਿਮਾਗ ਨੂੰ ਜਾਂਦਾ। ਆਕਸੀਜਨ ਅਤੇ ਗਲੂਕੋਜ਼ ਦਿਮਾਗ ਚਲਾਉਣ ਲਈ ਬਹੁਤ ਜ਼ਰੂਰੀ ਆ। ਬਹੁਤ ਲੋਕੀ ਇਹ ਸੋਚਦੇ ਨੇ ਕਿ ਕਿਹੜੀਆਂ ਐਕਸਰਸਾਈਜ਼ਾਂ ਦਿਮਾਗ ਨੂੰ ਫਾਇਦਾ ਕਰਦੀਆਂ। ਇਹਦਾ ਸਿੱਧਾ ਜਵਾਬ ਇਹ ਹੈ ਕਿ ਕਿਉਂਕਿ ਆਪਣੇ ਦਿਮਾਗ ਬਹੁਤ ਕੰਪਲੈਕਸ ਨੇ, ਸੋ ਇੱਕ ਐਕਸਰਸਾਈਜ਼ ਕਿਸੇ ਲਈ ਬਹੁਤ ਵਧੀਆ ਹੋ ਸਕਦਾ, ਪਰ ਉਹੀ ਐਕਸਰਸਾਈਜ਼ ਸ਼ਾਇਦ ਕਿਸੇ ਲਈ ਨਾ ਹੋਵੇ। ਕੈਨੇਡਾ ਫਿਜ਼ੀਕਲ ਐਕਟੀਵਿਟੀ ਗਾਈਡਲਾਈਨਸ ਵਿੱਚ ਲਿਖਿਆ ਕਿ 150 ਮਿੰਟ ਐਕਸਰਸਾਈਜ਼ ਕਰੋ, ਜੋ ਕਿ ਮੋਡਰੇਟ ਟੂ ਹਾਰਡ ਐਰੋਬਿਕ ਐਕਸਰਸਾਈਜ਼ ਹੋਣ, ਮਤਲਬ ਜਿਹਦੇ ਵਿੱਚ ਤੁਹਾਡਾ ਸਾਹ ਚੜੇ। ਇਹ ਐਕਸਰਸਾਈਜ਼ਸ ਤੁਸੀਂ 10 ਮਿੰਟ ਦੇ ਇੰਟਰਵਲ 'ਚ ਵੀ ਕਰ ਸਕਦੇ ਹੋ। ਮਸਲ ਅਤੇ ਬੋਨ ਸਟ੍ਰੈਂਥਨਿੰਗ ਐਕਸਰਸਾਈਜ਼ਸ ਵੀ ਕਰੋ 2 ਵਾਰੀ ਹਫ਼ਤੇ ਦੇ ਵਿੱਚ। ਬੈਠਣਾ ਤੁਸੀਂ ਆਪਦਾ ਲਿਮਿਟ ਕਰੋ 8 ਘੰਟੇ ਜਾਂ ਘੱਟ ਦਿਨ ਵਿੱਚ। ਜਿੰਨੀ ਵਾਰ ਤੁਹਾਡੇ ਤੋਂ ਹੋ ਸਕਦਾ ਬੈਠਣ ਦਾ ਲੰਮੇ ਸਮੇਂ ਲਈ ਤੁਸੀਂ ਉਹ ਤੋੜੋ। ਸਕਰੀਨ ਟਾਈਮ ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ ਜਾਂ ਟਿਕਟੌਕ ਲਈ ਦਿਨ ਵਿੱਚ 3 ਘੰਟੇ ਤੱਕ ਹੀ ਰੱਖੋ। ਐਕਸਰਸਾਈਜ਼ ਵੀ ਤੁਹਾਡਾ ਮਜ਼ੇਦਾਰ ਹੋਣਾ ਚਾਹੀਦਾ, ਤੁਹਾਨੂੰ ਮਜਬੂਰੀ ਨਹੀਂ ਫੀਲ ਹੋਣੀ ਚਾਹੀਦੀ। ਨਹੀਂ ਫਿਰ ਜੀ ਨਹੀਂ ਕਰਨਾ ਕਰਨ ਲਈ। ਇੱਕ ਦੋਸਤ ਨਾਲ ਵੀ ਕਰ ਸਕਦੇ ਹੋ, ਕਿਉਂਕਿ ਉਹ ਦੋਸਤ ਤੁਹਾਨੂੰ ਮਦਦ ਕਰ ਸਕਦੇ ਨੇ ਅਤੇ ਤੁਹਾਨੂੰ ਇਨਕਰੇਜ ਵੀ ਕਰ ਸਕਦੇ ਨੇ ਐਕਸਰਸਾਈਜ਼ ਕਰਨ ਲਈ। ਓਵਰਆਲ ਐਕਸਰਸਾਈਜ਼ ਉਹ ਬੈਸਟ ਹੁੰਦਾ ਜੋ ਕਿ ਤੁਸੀਂ ਖੁਸ਼ ਹੋ ਕੇ ਕਰ ਸਕਦੇ ਹੋ ਅਤੇ ਲੰਮੇ ਚਿਰ ਲਈ ਤੁਸੀਂ ਕਰੀ ਜਾਓਗੇ। ਜੇ ਤੁਸੀਂ ਰੈਗੂਲਰਲੀ ਨੇਚਰ ਵਿੱਚ ਵਾਕ ਕਰਦੇ ਆ ਜਾਂ ਤੁਸੀਂ ਟਾਈਮ ਕੱਢ ਕੇ ਉਹ ਕਰੋ ਜੋ ਤੁਸੀਂ ਲਾਈਕ ਕਰਦੇ ਹੋ, ਫਿਰ ਇਹ ਸਟ੍ਰੈਸ ਲਈ ਬਹੁਤ ਚੰਗਾ, ਕਿਉਂਕਿ ਇਹ ਸਟ੍ਰੈਸ ਘਟਾਉਂਦਾ ਵਾ। ਜੇ ਸਟ੍ਰੈਸ ਲੰਬੇ ਟਾਈਮ ਲਈ ਹੁੰਦਾ ਹੈ, ਫਿਰ ਦਿਮਾਗ ਵਿੱਚ ਚੇਂਜਸ ਅਤੇ ਕੈਮੀਕਲ ਬੈਲੈਂਸਸ ਹੋ ਜਾਂਦੇ ਨੇ, ਜੋ ਕਿ ਦਿਮਾਗ ਲਈ ਅਤੇ ਬਾਡੀ ਦੇ ਦੂਜੇ ਸੈਲਸ ਨੂੰ ਡੈਮੇਜ ਕਰ ਸਕਦੇ ਨੇ। ਲਾਈਫ ਵਿੱਚ ਸਟ੍ਰੈਸ ਤਾਂ ਰੋਜ਼ ਹੀ ਹੁੰਦੀ ਆ, ਪਰ ਇਹ ਤੁਸੀਂ ਮੈਨੇਜ ਕਿਵੇਂ ਕਰਨਾ ਜ਼ਰੂਰੀ ਹੈ ਤੁਹਾਡੇ ਲੌਂਗ ਟਰਮ ਹੈਲਥ ਲਈ। ਜੇ ਤੁਸੀਂ ਸਟ੍ਰੈਸ ਨੂੰ ਘਟਾ ਸਕਦੇ ਹੋ, ਫਿਰ ਤੁਸੀਂ ਆਪਣੇ ਦਿਮਾਗ ਦੇ ਹੈਲਥ ਨੂੰ ਇੰਪਰੂਵ ਕਰ ਸਕਦੇ ਹੋ ਅਤੇ ਸ਼ਾਇਦ ਤੁਹਾਡਾ ਡਿਮੈਂਸ਼ੀਆ ਦਾ ਰਿਸਕ ਵੀ ਘਟ ਜਾਵੇ। ਸਟ੍ਰੈਸ ਨੂੰ ਮੈਨੇਜ ਕਰਨ ਲਈ ਤੁਸੀਂ ਨਾਮ ਸਿਮਰਨ, ਡੀਪ ਬਰੀਥਿੰਗ, ਮਸਾਜ ਜਾਂ ਐਕਸਰਸਾਈਜ਼ ਕਰ ਸਕਦੇ ਹੋ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਡਿਫਰੈਂਟ ਟੈਕਨੀਕਸ ਯੂਜ਼ ਕਰੋ ਅਤੇ ਦੇਖੋ ਕਿ ਤੁਹਾਡੇ ਲਈ ਕੀ ਬੈਸਟ ਆ। ਤੁਸੀਂ ਫਿਜ਼ੀਕਲ ਐਕਟੀਵਿਟੀ ਆਪਦੇ ਡੇਲੀ ਰੂਟੀਨ ਵਿੱਚ ਕਿਵੇਂ ਲੈ ਕੇ ਆ ਸਕਦੇ ਹੋ? ਟੀਵੀ ਦੇਖਦੇ ਵਕਤ ਤੁਸੀਂ ਐਕਸਰਸਾਈਜ਼ ਕਰ ਲਓ, ਭਾਵੇਂ ਤੁਸੀਂ ਚੇਅਰ ਤੇ ਕਰੋ ਜਾਂ ਤੁਸੀਂ ਸੋਫੇ ਤੇ ਕਰੋ। ਜੋ ਤੁਸੀਂ ਗਰੋਸਰੀ ਸਟੋਰ ਜਾਂਦੇ ਹੋ, ਫਿਰ ਥੋੜੀ ਜਿਹੀ ਦੂਰ ਪਾਰਕਿੰਗ ਕਰ ਲਓ ਜਾਂ ਤਾਂ ਕਿ ਤੁਹਾਡੀ ਵਾਕ ਹੋ ਜਾਵੇ। ਜੇ ਤੁਹਾਡੇ ਤੁਰਨ ਦੇ ਵਿੱਚ ਪ੍ਰੋਬਲਮ ਆ ਤਾਂ ਤੁਸੀਂ ਐਕਸਰਸਾਈਜ਼ ਬਾਈਕ ਲੈ ਸਕਦੇ ਹੋ ਤਾਂ ਕਿ ਤੁਸੀਂ ਉੱਤੇ ਐਕਸਰਸਾਈਜ਼ ਕਰ ਸਕਦੇ ਹੋ। ਐਲੀਵੇਟਰ ਲੈਣ ਨਾਲੋਂ ਤੁਸੀਂ ਪੌੜੀਆਂ ਲੈ ਜਾਓ। ਗੱਡੀ ਤੁਸੀਂ ਆਪ ਧੋ ਲਓ। ਤੁਸੀਂ ਗਾਰਡਨਿੰਗ ਕਰ ਸਕਦੇ ਹੋ। ਜੇ ਤੁਸੀਂ ਬੱਸ ਲੈਂਦੇ ਹੋ ਤਾਂ ਤੁਸੀਂ ਇੱਕ ਸਟਾਪ ਪਹਿਲਾਂ ਉਤਰ ਜਾਓ ਤਾਂ ਕਿ ਤੁਸੀਂ ਵਾਕ ਕਰਕੇ ਜਾ ਸਕਦੇ ਹੋ। ਇਹ ਥੋੜੇ ਜਿਹੇ ਆਈਡੀਆਜ਼ ਨੇ ਜੋ ਕਿ ਤੁਸੀਂ ਅਪਣਾ ਸਕਦੇ ਹੋ। ਸੋਸ਼ਲ ਐਕਟੀਵਿਟੀ ਮਤਲਬ ਲੋਕਾਂ ਨੂੰ ਮਿਲਣਾ ਅਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਦਿਮਾਗ ਲਈ ਬਹੁਤ ਚੰਗਾ ਹੈ। ਸੋਸ਼ਲ ਐਕਟੀਵਿਟੀਜ਼ ਤੁਹਾਨੂੰ ਮੈਂਟਲੀ ਕਨੈਕਟਡ ਰੱਖਦਾ ਵਾ ਅਤੇ ਸਟ੍ਰੈਸ ਨੂੰ ਘਟਾਉਣ ਲਈ ਵੀ ਮਦਦ ਕਰਦਾ ਵਾ। ਲਗਾਤਾਰ ਸਟ੍ਰੈਸ ਆਪਣੇ ਬਾਡੀ ਡੈਮੇਜਿੰਗ ਕੈਮੀਕਲਸ ਨੂੰ ਭੇਜਦਾ ਹੈ, ਜੋ ਕਿ ਵੈਸਕੂਲਰ ਚੇਂਜਸ ਲੈ ਕੇ ਆਉਂਦਾ ਹੈ ਦਿਮਾਗ ਨੂੰ। ਲੰਬੇ ਚਿਰ ਸਟ੍ਰੈਸ ਦੇ ਲੱਛਣ ਦਾ ਇਲਾਜ ਵੀ ਹੋ ਸਕਦਾ, ਤੁਸੀਂ ਆਪਦੇ ਡਾਕਟਰ ਨੂੰ ਮਿਲੋ। ਪਰ ਜੇ ਤੁਸੀਂ ਫਿਜ਼ੀਕਲੀ ਅਤੇ ਮੈਂਟਲੀ ਐਕਟਿਵ ਰਹਿੰਦੇ ਹੋ ਤਾਂ ਇਹ ਸਟ੍ਰੈਸ ਨੂੰ ਘਟਾ ਸਕਦਾ ਹੈ ਅਤੇ ਦਿਮਾਗ ਨੂੰ ਬੈਨੀਫਿਟ ਵੀ ਹੁੰਦਾ। ਅਤੇ ਜਦੋਂ ਕਿ ਲੋਕਾਂ ਨੂੰ ਮਿਲਣਾ ਹੁਣ ਔਖਾ ਹੋਇਆ ਹੈ, ਤੁਸੀਂ ਫੇਸ ਟਾਈਮ ਜਾਂ ਫੋਨ ਤੇ ਗੱਲ ਕਰ ਸਕਦੇ ਹੋ ਜਾਂ ਫਿਜ਼ੀਕਲੀ ਡਿਸਟੈਂਸ ਨਾਲ ਵੀ ਗੱਲ ਜਾਂ ਮਿਲ ਸਕਦੇ ਹੋ। ਜੋਕਸ ਦੱਸਣ ਨੂੰ ਦਿਮਾਗ ਦੀ ਟ੍ਰੇਨਿੰਗ ਦਾ ਇੱਕ ਰੂਪ ਦੱਸਿਆ ਗਿਆ ਹੈ ਅਤੇ ਹਾਸੇ ਨਾਲ ਬਲੱਡ ਪ੍ਰੈਸ਼ਰ ਅਤੇ ਸਟ੍ਰੈਸ ਨੂੰ ਘਟਾ ਦਿੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਹਾਸਾ ਅਸਲ ਵਿੱਚ ਸਭ ਤੋਂ ਵਧੀਆ ਦਵਾਈ ਆ। ਦਿਮਾਗ ਦੇ ਹੈਲਥ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਦਿਮਾਗ ਤੁਹਾਡੇ ਹਰੇਕ ਕੰਮ ਲਈ ਜ਼ਰੂਰੀ ਹੈ। ਜੋ ਵੀ ਤੁਸੀਂ ਸੋਚਦੇ ਹੋ ਜਾਂ ਜੇ ਤੁਸੀਂ ਕੋਈ ਕੰਮ ਕਰਦੇ ਹੋ,
ਦਿਮਾਗ ਨੂੰ ਵੀ ਐਕਸਰਸਾਈਜ਼ ਕਰਾਉਣਾ ਉਨਾ ਹੀ ਜ਼ਰੂਰੀ ਹੈ ਜਿਵੇਂ ਤੁਸੀਂ ਬਾਕੀ ਦੇ ਬੋਡੀ ਨੂੰ ਐਕਸਰਸਾਈਜ਼ ਕਰਵਾਉਂਦੇ ਹੋ। ਜੇ ਤੁਸੀਂ ਇਹ ਟਿਪਸ ਨੂੰ ਫਾਲੋ ਕਰੋਗੇ ਤੁਸੀਂ ਡਿਮੈਂਸ਼ੀਆ ਦਾ ਰਿਸਕ ਘਟਾ ਸਕਦੇ ਹੋ, ਪਰ ਤੁਸੀਂ ਆਪਦੇ ਦਿਮਾਗ ਦੀ ਹੈਲਥ ਲੰਬੇ ਚਿਰ ਲਈ ਵੀ ਟੇਕ ਕੇਅਰ ਕਰਦੇ ਹੋ। ਹੋਰ ਬਿਮਾਰੀਆਂ ਦਾ ਰਿਸਕ ਵੀ ਘਟ ਜਾਂਦਾ ਹੈ ਅਤੇ ਤੁਸੀਂ ਆਪਦੇ ਓਵਰਆਲ ਹੈਲਥ ਨੂੰ ਟੇਕ ਕੇਅਰ ਕਰਦੇ ਹੋ। ਅਗਲੇ ਸਲਾਈਡ ਤੇ ਤੁਹਾਨੂੰ ਇੱਕ ਵੀਡੀਓ ਦਿਖਾਈ ਜਾਊਗੀ ਜੋ ਕਿ ਤੁਹਾਨੂੰ ਦਿਮਾਗ ਨੂੰ ਕਿਵੇਂ ਹੈਲਥੀ ਰੱਖਣ ਬਾਰੇ ਸਮਝਾਉਂਦਾ ਹੈ। ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ? ਅਸੀਂ ਸਾਰੇ ਜਾਣਦੇ ਹਾਂ ਕਿ ਕੋਲੇਸਟ੍ਰੋਲ ਦੀ ਉੱਚ ਮਾਤਰਾ ਦੇ ਨਾਲ-ਨਾਲ ਉੱਚ ਬਲੱਡ ਪ੍ਰੈਸ਼ਰ ਅਤੇ ਲੋੜ ਤੋਂ ਵੱਧ ਭਾਰ ਹੋਣਾ ਸਾਡੇ ਸਰੀਰ ਲਈ ਚੰਗਾ ਨਹੀਂ ਹੁੰਦਾ ਹੈ। ਪਰ ਸ਼ਾਇਦ ਜੋ ਤੁਸੀਂ ਨਹੀਂ ਜਾਣਦੇ ਹੋ ਉਹ ਇਹ ਹੈ ਕਿ ਇਹ ਸਭ ਸਿਹਤ ਸਮੱਸਿਆਵਾਂ ਤੁਹਾਡੇ ਸਰੀਰ ਦੀ ਮਿਆਦ ਨੂੰ ਘਟਾ ਸਕਦੀਆਂ ਹਨ। ਇਹ ਤੁਹਾਡੇ ਦਿਮਾਗ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਹਨ। ਵਿਗਿਆਨੀ ਜਿੰਨਾ ਜ਼ਿਆਦਾ ਸਾਡੇ ਦਿਮਾਗ ਦਾ ਅਧਿਐਨ ਕਰਦੇ ਹਨ, ਉਨਾ ਜ਼ਿਆਦਾ ਪਤਾ ਲਗਾ ਰਹੇ ਹਨ ਕਿ ਇਹ ਜਿੰਨੀ ਚੰਗੀ ਤਰ੍ਹਾਂ ਕੰਮ ਕਰਦਾ ਹੈ ਉਹ ਸਰੀਰ ਦੀ ਤੰਦਰੁਸਤੀ ਨਾਲ ਵਿਸਤਾਰ ਵਿੱਚ ਜੁੜਿਆ ਹੋਇਆ ਹੈ। ਉਦਾਹਰਨ ਲਈ ਸਿਰਫ 30 ਮਿੰਟਾਂ ਦੀ ਐਰੋਬਿਕ ਕਸਰਤ ਹਫ਼ਤੇ ਵਿੱਚ 5 ਦਿਨ ਤੁਹਾਡੇ ਦਿਮਾਗ ਨੂੰ ਤੇਜ਼ ਰੱਖ ਸਕਦੀ ਹੈ, ਕਿਉਂਕਿ ਸਰੀਰਕ ਕਸਰਤ ਨਾ ਸਿਰਫ ਤੁਹਾਡੇ ਦਿਲ ਦੀ ਮਦਦ ਕਰਦੀ ਹੈ, ਇਹ ਤੁਹਾਡੇ ਹਿਪੋਕੈਂਪਸ ਦਾ ਆਕਾਰ ਵੀ ਵਧਾ ਸਕਦੀ ਹੈ ਜੋ ਦਿਮਾਗ ਦਾ ਉਹ ਹਿੱਸਾ ਹੁੰਦਾ ਹੈ ਜੋ ਜ਼ਿਆਦਾ ਬਣਾਉਣ ਲਈ ਜ਼ਰੂਰੀ ਹੁੰਦਾ ਹੈ। ਪਰ ਇਹ ਸਭ ਕੁਝ ਨਹੀਂ ਹੈ। ਸਰੀਰਕ ਕਸਰਤ ਇੱਕ BDNF ਬ੍ਰੇਨ ਡਿਰਾਈਵਡ ਨਿਊਰੋਟ੍ਰੋਫਿਕ ਫੈਕਟਰ ਨਾਮ ਦਾ ਇੱਕ ਰਸਾਇਣ ਪੈਦਾ ਕਰਦੀ ਹੈ ਜੋ ਦਿਮਾਗ ਦੀ ਖਾਦ ਵਾਂਗ ਕੰਮ ਕਰਦਾ ਹੈ। ਦਿਮਾਗ ਦੇ ਨਵੇਂ ਸੈੱਲਾਂ ਅਤੇ ਨਿਊਟਰਲ ਕਨੈਕਸ਼ਨਾਂ ਦੇ ਵਿਕਾਸ ਨੂੰ ਵਧਾਵਾ ਦਿੰਦਾ ਹੈ। ਇਸ ਲਈ ਸਰਗਰਮ ਰਹਿਣਾ ਮਹੱਤਵਪੂਰਨ ਹੈ। ਪਰ ਸਿਰਫ ਸਰੀਰਕ ਰੂਪ ਵਿੱਚ ਸਰਗਰਮ ਹੋਣਾ ਹੀ ਨਹੀਂ, ਤੁਹਾਨੂੰ ਸਮਾਜਿਕ ਰੂਪ ਵਿੱਚ ਵੀ ਸਰਗਰਮ ਹੋਣ ਦੀ ਲੋੜ ਹੈ, ਖਾਸ ਕਰਕੇ ਜਿਵੇਂ-ਜਿਵੇਂ ਤੁਹਾਡੀ ਉਮਰ ਵੱਧਦੀ ਹੈ, ਕਿਉਂਕਿ ਇਸ ਦੇ ਸਬੂਤ ਲਗਾਤਾਰ ਵਧ ਰਹੇ ਹਨ ਕਿ ਜਿਹੜੇ ਲੋਕ ਇਕੱਲੇ ਰਹਿਣ ਤੋਂ ਬਚਦੇ ਹਨ ਉਹ ਆਪਣੇ ਬੌਧਿਕ ਵਿਕਾਰ ਦੇ ਖੇਤਰ ਨੂੰ ਘਟਾ ਲੈਂਦੇ ਹਨ। ਕੋਈ ਚੀਜ਼ ਜਿਸ ਨਾਲ ਅਸੀਂ ਸਾਰੇ ਸਹਿਮਤ ਹਾਂ ਕਿ ਇਹ ਚੰਗੀ ਗੱਲ ਹੁੰਦੀ ਹੈ। ਪਰ ਸਿਰਫ ਇੱਕ ਆਖਰੀ ਚੀਜ਼ ਹੈ ਜੋ ਤੁਹਾਨੂੰ ਆਪਣੇ ਦਿਮਾਗ ਨੂੰ ਤੰਦਰੁਸਤ ਰੱਖਣ ਲਈ ਕਰਦੇ ਰਹਿਣ ਦੀ ਲੋੜ ਹੈ, ਇਸ ਨੂੰ ਸਰਗਰਮ ਰੱਖੋ। ਇਸ ਲਈ ਕਿਸੇ ਖਾਸ ਕ੍ਰਮ ਵਿੱਚ ਨਹੀਂ, ਇਹ ਦਿਮਾਗ ਨੂੰ ਉਤੇਜਿਤ ਰੱਖਣ ਦੇ 3 ਸਿਖਰਲੇ ਤਰੀਕੇ ਹਨ। ਨੰਬਰ 1, ਆਪਣੇ ਦਿਮਾਗ ਨੂੰ ਚੁਣੌਤੀ ਦਿਓ। ਆਪਣੇ ਸੁਵਿਧਾਜਨਕ ਖੇਤਰ ਤੋਂ ਥੋੜਾ ਬਾਹਰ ਨਿਕਲ ਕੇ ਕੰਮ ਕਰਨ ਤੋਂ ਪ੍ਰਾਪਤ ਹੋਣ ਵਾਲੀ ਸੰਤੁਸ਼ਟੀ ਅਸਲ ਵਿੱਚ ਤੁਹਾਡੇ ਦਿਮਾਗ ਦੀ ਕੈਮਿਸਟਰੀ ਨੂੰ ਬਦਲ ਦਿੰਦੀ ਹੈ, ਤੁਹਾਨੂੰ ਹੋਰ ਵੀ ਜ਼ਿਆਦਾ ਸਕਾਰਾਤਮਕ ਮਹਿਸੂਸ ਕਰਾਉਂਦੀ ਹੈ। ਨੰਬਰ 2, ਆਪਣੇ ਆਪ ਨੂੰ ਬਦਲੋ। ਨਵੀਆਂ ਗੱਲਾਂ ਤੁਹਾਡੇ ਦਿਮਾਗ ਦੀ ਮਦਦ ਕਰਦੀਆਂ ਹਨ, ਇਸ ਲਈ ਨਵੀਆਂ ਚੀਜ਼ਾਂ, ਸਥਿਤੀਆਂ ਦਾ ਸਾਹਮਣਾ ਕਰਨਾ ਅਤੇ ਨਵੇਂ ਲੋਕਾਂ ਨਾਲ ਮਿਲਣ ਦਾ ਅਨੁਭਵ ਕਰਨਾ ਚੰਗੀ ਗੱਲ ਹੈ। ਅਤੇ ਨੰਬਰ 3, ਕੁਝ ਨਵਾਂ ਸਿੱਖਣਾ। ਇਹ ਦਿਮਾਗ ਦੇ ਨਵੇਂ ਸੈੱਲਾਂ ਦੇ ਵਿਕਾਸ ਨੂੰ ਵਧਾਵਾ ਦੇ ਉਹਨਾਂ ਵਿਚਕਾਰ ਕਨੈਕਸ਼ਨ ਨੂੰ ਉਤੇਜਿਤ ਕਰਦਾ ਹੈ। ਇਸ ਦੇ ਆਪਣੇ ਹੀ ਲਾਭ ਹਨ, ਕਿਉਂਕਿ ਦਿਮਾਗ ਦੇ ਮਜ਼ਬੂਤ ਕਨੈਕਸ਼ਨ ਵੀ ਦਿਮਾਗ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ। ਇਸ ਲਈ ਉਮਰ ਨੂੰ ਤੁਹਾਨੂੰ ਆਪਣੇ ਪਸੰਦ ਦੇ ਕੰਮ ਕਰਨ ਤੋਂ ਰੋਕਣ ਨਾ ਦਿਓ। ਨੌਜਵਾਨ ਵਾਂਗ ਸੋਚੋ, ਕਿਉਂਕਿ ਜੇਕਰ ਤੁਸੀਂ ਆਪਣੇ ਦਿਮਾਗ ਦਾ ਧਿਆਨ ਰੱਖਣਾ ਹੁਣ ਸ਼ੁਰੂ ਕਰੋਗੇ, ਇਸ ਨੂੰ ਸਰਗਰਮ ਅਤੇ ਰੁੱਝਿਆ ਰੱਖੋਗੇ, ਇਹ ਤੁਹਾਨੂੰ ਆਉਣ ਵਾਲੇ ਸਾਲਾਂ ਵਿੱਚ ਮਾਣ ਬਖਸ਼ੇਗਾ। ਮੈਨੂੰ ਉਮੀਦ ਹੈ ਕਿ ਇਸ ਵੈਬਿਨਾਰ ਤੋਂ ਤੁਹਾਨੂੰ ਕੁਝ ਨਵੀਂ ਇਨਫੋਰਮੇਸ਼ਨ ਮਿਲੀ ਹੈ। ਕੁਝ ਹੈਂਡਆਊਟਸ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਕੀਤੇ ਹੋਏ ਨੇ ਜੋ ਸ਼ਾਇਦ ਤੁਹਾਨੂੰ ਹੈਲਪਫੁਲ ਹੋਣਗੇ। ਜੇਕਰ ਤੁਹਾਡੇ ਕੋਈ ਕੁਐਸਚਨਸ ਨੇ ਜਾਂ ਤੁਸੀਂ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਸਾਡੇ ਕੌਨਫੀਡੈਂਸ਼ੀਅਲ ਫਰਸਟ ਲਿੰਕ ਡਿਮੈਂਸ਼ੀਆ ਹੈਲਪਲਾਈਨ ਤੇ ਫੋਨ ਕਰ ਸਕਦੇ ਹੋ। ਇੰਗਲਿਸ਼ ਵਿੱਚ ਗੱਲ ਕਰਨ ਲਈ ਫੋਨ ਕਰੋ 1-800-936-6033 ਮੰਡੇ ਟੂ ਫਰਾਈਡੇ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 8 ਵਜੇ ਤੱਕ। ਪੰਜਾਬੀ ਵਿੱਚ ਗੱਲ ਕਰਨ ਲਈ ਫੋਨ ਕਰੋ 1833-674-5003 ਮੰਡੇ ਟੂ ਫਰਾਈਡੇ ਸਵੇਰ ਦੇ 9 ਵਜੇ ਤੋਂ ਸ਼ਾਮ ਦੇ 4 ਵਜੇ ਤੱਕ। ਧੰਨਵਾਦ ਜੀ।